ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਲੁ ਵਾਲੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਾਰ ਉਪਕਾਰੀ। ਸੋ ਕਉ ਟਲ ਸਿਰਵੀਐ, ਐਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੈ ਮਲਾਇ ਆਪੇ, ਹਾਲ ਨ ਜੁਹੈ ਦੁਖ ਨਾ ਸੰਤਾਪੇ। ਹਉਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਗੁਰਮੁਖ ਮਿਲੈ ਮਿਲਾਇ ਆਪੇ, ਆਦ ਨਾ ਜੁਹੈ ਦੁਖ ਨਾ ਸੰਤਾਪੇ। ਹਉਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੀਉ ਵਾਰੀ, ਹਰਿ ਹਰਿ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰਿ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਜੀਵੈ ਮਰੈ ਪਰਵਾਣ, ਆਰਜਾ ਨਾ ਸੀਜੈ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰਿ ਦਰ ਸ਼ੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਕਰੇ ਸਗਲੇ ਕੁਲ ਤਾਰੇ, ਆਪ ਕਰੇ ਕੁਲ ਸਗਲੇ ਤਾਰੇ। ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁਖ ਕਦੇ ਨਾ ਲਗੈ ਸਰੀਰ, ਗੁਰਮੁਖ ਹਉਮੈ ਚੁਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਦੁਖ ਕਦੇ ਨਾ ਲਗੈ ਸਰੀਰ, ਗੁਰਮੁਖ ਹਉਮੈ ਚੁਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਲੇ ਸਾਧ ਸੰਗਤ ਜੀਓ, ਆਪ ਜੀ ਬੜੇ ਭਾਗੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਜੀ ਯਾਤਰਾ ਕਰਕੇ ਹਾਜ਼ਰ ਭਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੋਲ ਕੇ ਆਪਣੇ ਜੀਵਨ ਦੀਆਂ ਅਨੁਭਵ ਕੜੀਆਂ ਨੂੰ ਸਭ ਬਣਾ ਲਿਓ। ਆਪ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ
भाई साहब भाई गुरदयाल सिंह जी हजूरी रागी, इन्होंने आप जो आशा जी की बात ने कीर्तन जोड़िया है। हुण समा है हर कोई तरह गुर शक्ति विचार का, गुर शक्ति विचार आप जी को भाई साहब भाई सरदार सिंह जी सरावां वाले सुनाओगे। आप जी इसी तरह आइए बल्कि गुरु दी खुशियां प्राप्त करनियां। वाहिगुरू जी का खालसा, वाहिगुरू जी की फतेह। सतनाम वाहेगुरु साहिब जीओ। तेरे कवन कवन गुण कह कह गावा, तू साहिब गुणी निदाना। तुम्हारी महिमा वर्णना सको। तू ठाकुर पूज भगवाना, तेरे गुण बहुते मैं एक ना जानिया। मैं मूरख किछ दीजै, प्रणवत नानक सुन मेरे साहिबा। डुबदा पत्थर लीजै, सुनी अरदास सुआमी मेरे। सर्ब कला बन आई, प्रगट पाई सगले जुग अंतर। गुर नानक की वड्याई, वडे मेरे साहिबा। वडी तेरी वड्याई, गुर गोविंद गोविंद गुर। हर गोविंद सदा विकसंदा, प्यो दाते दे राह चलंदा। दीन दुनी दा पातशाह, पातशाह पातशाह अडुला। अंतरजामी बाला भोला। अंतरजामी बाला भोला। जुगो जुग अटल मेहरान दे मालिक, बख्शिशां दे भंडार, किरपा दे खजाने। ताना 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 साहिब श्री गुरु ग्रंथ साहिब सच्चे पातशाह जी महाराज। सच्चे सतगुरु जियां दी पावन पवित्र
ਹਾਜ਼ੂਰੀ ਅੰਦਰ ਜੁੜ ਕੇ ਇੱਕ ਬਾਬਾ ਅਕਾਲ ਰੂਪ ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਕਲ ਵਿੱਚ ਆਇਆ, ਸਭ ਤੇ ਵੱਡਾ ਸਤ ਗੁਰ ਨਾਨਕ। ਧੰਨ 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 ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਤਨਾਂ ਦੇ ਚਰਨ ਕਮਲਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ ਵਿਖੇ ਸਵੇਰ ਦੇ ਦੀਵਾਨ ਅੰਦਰ ਹਾਜ਼ਰੀਆਂ ਭਰ ਕੇ ਆਸਾ ਦੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਨੇ। ਲੜੀਵਾਰ ਗੁਰ ਸ਼ਬਦ ਵਿਚਾਰ ਆਦਿ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਅੰਗ 124 ਦੇ ਉੱਤੇ ਸ਼ੋਭਤ ਪਾਵਨ ਪਵਿੱਤਰ ਬੋਧ ਅਸ਼ਟਪਦੀਆਂ ਦੇ ਸਰਲੇਖ ਹੇਠ ਹਨ। ਅਸ਼ਟਪਦੀ ਦੇ ਪਹਿਲੇ 4 ਪਦਿਆਂ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀਆਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸੱਚੇ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਕਰ, ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਬਾਣੀ ਦੀ ਸ਼ਬਦ ਦੀ ਇਤਿਹਾਸ ਦੀ ਵਿਚਾਰ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣ। ਅੱਜ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਨਾਂ ਦਾ ਗੁਰਤਾ ਗੱਦੀ ਪੁਰਬ ਦਾ ਦਿਹਾੜਾ ਵੀ ਹੈ। ਸਮੇਂ ਦੇ ਦਾਇਰੇ ਅੰਦਰ ਰਹਿ ਕੇ ਆਓ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਜੀ ਨਾਲ ਗੁਰੂ ਬਖਸ਼ੀ ਮਤ ਅਨੁਸਾਰ ਸਾਂਝੀਆਂ ਕਰਨ ਦਾ ਯਤਨ ਕਰਾਂ ਜੀ। ਇਕਾਗਰਤਾ ਬਖਸ਼ੋ, ਅਦਬ ਸਤਿਕਾਰ ਸਹਿਤ ਗੁਰ ਫਤਿਹ ਦੀ ਆਸੀਸ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਤੋਂ ਵਿਚਾਰ ਦੀ ਲੜੀ ਨੂੰ ਆਪਾਂ ਆਰੰਭ ਕਰਾਂਗੇ। ਰਹਾਉ ਦੀਆਂ ਪੰਕਤੀਆਂ ਹਨ। ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ, ਮੈਂ ਉਹਦੇ ਤੋਂ ਵਾਰਨੇ ਜਾਣਾ, ਮੈਂ ਉਹਦੇ ਤੋਂ ਕੁਰਬਾਨ ਜਾਣਾ। ਹਰ ਹਰ ਨਾਮ ਸੁਹਾਵਣਿਆ, ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਿਹਨੇ ਆਪਣੇ ਕਰਮ ਜਿਹੜੇ ਨੇ ਸੋਹਣੇ ਕਰ ਲਏ। ਖਿੰਨ ਰੁਕਣ ਲੱਗਾ ਜੀ। ਇੱਕ ਹੈ ਤਨ ਦਾ ਸੋਹਣਾ। ਮਨੁੱਖ ਦਾ ਸਾਰੀ ਜ਼ਿੰਦਗੀ ਇਹੀ ਯਤਨ ਰਹਿੰਦਾ ਵੀ ਮੈਂ ਤਨ ਕਰਕੇ ਸੋਹਣਾ ਲੱਗਾ, ਮੈਂ ਚੰਮ ਕਰਕੇ ਸੋਹਣਾ ਲੱਗਾ, ਮੈਂ ਕੱਪੜਿਆਂ ਕਰਕੇ ਸੋਹਣਾ ਲੱਗਾ। ਪਰ ਨਾਲ ਦੀ ਨਾਲ ਦੂਸਰੇ ਪਾਸੇ ਸਤਿਗੁਰੂ ਨੂੰ ਚੰਮ ਕਰਕੇ ਸੋਹਣਾ ਪ੍ਰਵਾਨ ਨਹੀਂ ਹੁੰਦਾ ਕਿ ਚੰਮ ਬੜਾ ਸੋਹਣਾ, ਚਮੜਾ ਬੜਾ ਸੋਹਣਾ, ਚਮੜੇ ਦਾ ਰੰਗ ਬੜਾ ਸੋਹਣਾ। ਸਤਿਗੁਰੂ ਦੇ ਤੇ ਦਰ ਉੱਤੇ ਉਹ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਦੇ ਕੰਮ ਸੋਹਣੇ ਹੁੰਦੇ ਨੇ, ਜਿਨ੍ਹਾਂ ਦੇ ਕਰਮ ਸੋਹਣੇ ਹੁੰਦੇ ਨੇ, ਜਿਹੜੇ ਚੰਗੇ ਕਰਮ, ਜਿਹੜੇ ਨੇਕੀ ਪਰ ਉਪਕਾਰ ਭਲਾ ਦੂਜੇ ਦਾ ਸਵਾਰਨਾ, ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਨੇ, ਉਹ ਗੁਰੂ ਦੇ ਦਰ ਉੱਤੇ ਪ੍ਰਵਾਨ ਹੁੰਦੇ ਨੇ, ਉਹ ਗੁਰੂ ਨੂੰ ਸੋਹਣੇ ਲੱਗਦੇ ਨੇ। ਥੋੜਾ ਜਿਹਾ ਗੁਰਬਾਣੀ ਪੱਖ
ਵਿੱਚੋਂ ਆਪਾਂ ਵੇਖਣ ਦਾ ਯਤਨ ਕਰੀਏ। ਰੱਬੀ ਬਾਣੀ ਵਿੱਚ ਇਦਾਂ ਦੇ ਬੋਲ ਵੀ ਆਉਂਦੇ ਨੇ, ਅਤ ਸੁੰਦਰ। ਪਰਮਾਤਮਾ ਨੇ ਮਨੁੱਖ ਨੂੰ, ਬੰਦੇ ਨੂੰ ਅਤ ਦੀ ਸੁੰਦਰਤਾ ਦਿੱਤੀ ਹੋਵੇ, ਅਤ ਦੀ ਸੁੰਦਰਤਾ ਦਿੱਤੀ ਹੋਵੇ, ਫਿਰ ਵੀ ਬੰਦਾ ਬੰਦਿਆਂ ਕੋਲੋਂ ਹੋਰ ਸੁੰਦਰਤਾ ਲੈਣ ਲਈ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਦੁਕਾਨਾਂ ਤੇ ਹੋਰ ਸੁੰਦਰਤਾ ਲੈਣ ਲਈ ਜਾਂਦਾ ਹੈ। ਦੁਕਾਨਾਂ ਤੇ ਬੈਠ ਕੇ ਕਹਿੰਦਾ ਮੈਨੂੰ ਹੋਰ ਸੋਹਣਾ ਬਣਾ ਦਿਓ। ਰੱਬ ਦੀ ਦਿੱਤੀ ਹੋਈ ਸੁੰਦਰਤਾ ਤੇ ਵੀ ਕਈ ਵਾਰੀ ਇਹਦੀ ਸੰਤੁਸ਼ਟੀ ਨਹੀਂ ਹੁੰਦੀ, ਇਹ ਹੋਰ ਸੁੰਦਰਤਾ ਭਾਲਦਾ ਹੈ। ਹਾਲਾਂਕਿ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ ਰੱਬ ਨੇ 3 ਕੰਮ ਕੀਤੇ ਨੇ। ਰੱਬ ਨੇ ਮਨੁੱਖ ਨੂੰ ਸਾਜਿਆ ਵੀ ਹੈ, ਰੱਬ ਨੇ ਮਨੁੱਖ ਨੂੰ ਸਵਾਰਿਆ ਵੀ ਹੈ, ਤੇ ਰੱਬ ਨੇ ਮਨੁੱਖ ਨੂੰ ਸ਼ਿੰਗਾਰਿਆ ਵੀ ਹੈ। 3 ਕੰਮ ਪਰਮੇਸ਼ਰ ਨੇ ਕੀਤੇ ਨੇ, ਸਾਜਣਾ, ਸਵਾਰਨਾ ਤੇ ਸ਼ਿੰਗਾਰਨਾ। ਪਰ ਫਿਰ ਵੀ ਇਹਦੇ ਰੱਬ ਦੀ ਇਹਨੇ 3 ਕੰਮਾਂ ਤੋਂ ਇਹਦੀ ਸੰਤੁਸ਼ਟੀ ਨਹੀਂ ਹੁੰਦੀ। ਇਹ ਬਾਹਰੀ ਤੌਰ ਤੇ ਹੋਰ ਸੋਹਣਾ ਬਣਨ ਲਈ ਮੈਂ ਨੇੜੇ ਕਰ ਗੱਲ ਦੁਕਾਨਾਂ ਤੇ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਬਚਨ ਬਖਸ਼ੇ, ਅਤ ਸੁੰਦਰ, ਅਤ ਦਾ ਸੋਹਣਾ ਮਨੁੱਖ ਬਾਹਰੀ ਤੌਰ ਤੇ, ਕੁਲੀਨ ਚੰਗਾ ਕੁੱਲ, ਚੰਗੀ ਕੁੱਲ ਵਿੱਚ, ਚੰਗੇ ਖਾਨਦਾਨ ਵਿੱਚ, ਅਤ ਸੁੰਦਰ ਕੁਲੀਨ ਚਤੁਰ, ਚਲਾਕ ਚੁਸਤ, ਕਲੈਵਰ ਕਹਿ ਲਓ, ਓਵਰ ਕਲੈਵਰ ਵੀ ਕਹਿ ਲਓ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ, ਮੁੱਖ ਤੋਂ ਗਿਆਨ ਦੀਆਂ ਗੱਲਾਂ ਇੰਨੀਆਂ ਕੁ ਆਉਂਦੀਆਂ ਹੋਣ ਕਿ ਅਗਲੇ ਨੂੰ ਇੰਪ੍ਰੈਸ ਕਰਨਾ, ਪ੍ਰਭਾਵਿਤ ਕਰਨਾ, ਅਗਲੇ ਦੇ ਮੂੰਹ ਵਿੱਚੋਂ ਵੀ ਵਾਹ ਵਾਹ ਕਢਵਾ ਲੈਣਾ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ, ਧਨਵੰਤ, ਨਾਲ ਕਹਿ ਦਿੱਤਾ ਧਨ ਦੀ ਵੀ ਕਮੀ ਕੋਈ ਨਹੀਂ। ਫਿਰ ਬਚਨ ਦੁਹਰਾਉਂਦੇ ਹਾਂ, ਅਤ ਦਾ ਸੋਹਣਾ, ਚੰਗਾ ਖਾਨਦਾਨ, ਚੰਗਾ ਚੁਸਤ ਚਲਾਕ, ਚੰਗਾ ਗਿਆਨਵਾਨ ਤੇ ਚੰਗਾ ਧਨ ਵਾਲਾ। ਔਰ ਨਾਲ ਮੇਰੇ ਬਾਪੂ ਨੇ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਆਖਿਆ, ਪਿਆਰਿਆ ਜੇ ਪਰਮਾਤਮਾ ਨਾਲ ਪਿਆਰ ਨਾ ਹੋਇਆ, ਪਰਮਾਤਮਾ ਨਾਲ ਪ੍ਰੀਤ ਨਾ ਹੋਈ, ਯਾਦ ਰੱਖੀ ਬੰਦਾ ਜਿਉਂਦਾ ਹੀ ਮ੍ਰਿਤਕ ਦੇ ਬਰਾਬਰ ਹੈ। ਜਿਉਂਦਾ ਹੀ ਮਰਿਆਂ ਦੇ ਬਰਾਬਰ ਕਹਿ ਦਿੱਤਾ ਮਹਾਰਾਜ ਨੇ। ਮ੍ਰਿਤਕ ਕਹੀਆ ਹੈ ਨਾਨਕਾ। ਇਹ ਦੁਨਿਆਵੀ ਸੁੰਦਰਤਾ, ਬਾਹਰੀ ਸੁੰਦਰਤਾ ਹੈ। ਦੂਸਰੇ ਪਾਸੇ ਜਦੋਂ ਗੁਰਦੇਵ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਿਆ ਪਿਆਰਿਓ, ਇੱਕ ਉਹ ਨੇ ਗੁਰਦੇਵ ਨੇ ਬਾਣੀ ਵਿੱਚ ਆਖਿਆ, ਵਾਹ ਵਾਹ ਕਰੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਬਾਣੀ ਪੜ੍ਹਦੇ ਨੇ, ਸ਼ਬਦ ਨਾਲ ਜੁੜਦੇ ਨੇ, ਸਤ ਸੰਗਤ ਵਿੱਚ ਆਉਂਦੇ ਨੇ, ਗੁਰੂ ਕੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਮਾਲਕ ਮਿਹਰ ਕਰਦਾ ਹੈ ਉਹਨਾਂ ਤੇ, ਉਹਨਾਂ ਦੇ ਕਰਮ ਵੀ ਜਿਹੜੇ ਹੁੰਦੇ ਨੇ ਉਹ ਗੁਰਬਾਣੀ ਅਨੁਸਾਰ ਹੋ ਜਾਂਦੇ ਨੇ। ਉਹਨਾਂ ਸੋਹਣਿਆਂ ਦਾ ਜ਼ਿਕਰ ਅੱਜ ਗੁਰੂ ਅਮਰਦਾਸ ਮਹਾਰਾਜ ਨੇ ਪਾਵਨ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਕੀਤਾ ਹੈ। ਗੁਰਮੁਖੋ ਗੁਰਦੇਵ ਦੀ ਬਾਣੀ ਚੋਂ ਪਹਿਲਾਂ ਉਹ ਬਚਨ ਸਾਂਝੇ ਕਰਾਂ। ਗੁਰਦੇਵ ਦੀ ਬਾਣੀ ਦੇ ਬੋਲ ਨੇ, ਵਾਹ ਵਾਹ ਕਰੇ ਸੇਈ ਜਨ ਸੋਹਣੇ। ਅਸਲ ਵਿੱਚ ਸੋਹਣੇ ਕੌਣ ਨੇ? ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ। ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ, ਤੁਸੀਂ ਕਦੇ ਤਵੱਜੋ ਦੇ ਕੇ ਵੇਖਿਓ, ਸਾਡੇ ਤਨ ਤੇ ਪਾਏ ਕੱਪੜੇ ਮਹਿੰਗੇ ਹੋਣਗੇ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਲਿਬਾਸ ਸਾਦਾ ਹੋਏਗਾ। ਸਾਡੇ ਤੇ ਭੋਜਨ 36 ਪ੍ਰਕਾਰ ਦੇ ਹੋਣਗੇ, ਉਹਨਾਂ ਦਾ ਭੋਜਨ ਵੀ ਸਾਦਾ ਹੋਏਗਾ। ਅਸੀਂ ਤਾਂ ਬੋਲਣ ਲੱਗਿਆਂ ਪਤਾ ਨਹੀਂ ਕਿੰਨਾ ਕੁ ਬੋਲ ਜਾਵਾਂਗੇ, ਪਰ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਬੋਲਦਾ ਜ਼ਰੂਰ ਹੈ, ਪਰ ਉਹਨਾਂ ਨੂੰ ਬੋਲਦਾ ਜਿੰਨਾ ਘੱਟ ਤੋਂ ਘੱਟ ਹੋਵੇ, ਥੋੜੇ ਤੋਂ ਥੋੜਾ ਹੋਵੇ। ਜਦੋਂ ਅਸੀਂ ਕਿਤੇ ਸਾਡੇ ਸੌਣ ਦੀ ਗੱਲ ਆਉਂਦੀ ਹੈ, ਬੰਦਾ ਸੌਣ ਲੱਗਿਆ ਵੀ ਕਈ ਵਾਰੀ ਆਲਸ ਵਿੱਚ ਬਹੁਤਾ ਸੌ ਜਾਂਦਾ ਹੈ, ਪਰ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਉਹਦਾ ਤੇ ਸੌਣਾ ਵੀ ਜਿਹੜਾ ਹੈ ਉਹ ਵੀ ਬੜਾ ਥੋੜਾ ਹੁੰਦਾ ਹੈ। ਅਸਲ ਸੋਹਣੇ ਜਿਹੜੇ ਵਾਹ ਵਾਹ ਕਰੇ ਸੇਈ ਜਨ ਸੋਹਣੇ ਤਿੰਨ ਕਉ ਪਰਜਾ ਪੂਜਣ ਆਈ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਏਦਾਂ ਦੇ ਸੋਹਣੇ ਨੇ ਨਾ, ਫਿਰ ਉਹਨਾਂ ਦੇ ਕਰਮ ਬੜੇ ਸੋਹਣੇ ਹੁੰਦੇ ਨੇ।
ਉਹਨਾਂ ਤੋਂ ਮੈਂ ਸਦਕੇ ਜਾਣਾ, ਉਹਨਾਂ ਤੋਂ ਮੈਂ ਕੁਰਬਾਨ ਜਾਣਾ। ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੇ, ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ, ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਗੁਰਮੁਖ ਨਾਚੈ, ਇੱਥੇ ਨਾਚੈ ਦਾ ਅਰਥ ਵਿਦਵਾਨਾਂ ਨੇ ਕੀਤਾ ਕਿ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ ਕੇ ਉਹਦੇ ਅੰਦਰ ਨੂੰ ਹੁਲਾਰਾ ਵੱਜਦਾ ਹੈ। ਨਾਮ ਸਿਮਰਨ ਦਾ ਹੁਲਾਰਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦੇ। ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ, ਤੇ ਹਰ ਵੇਲੇ ਉਹਦਾ ਚਿੱਤ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ, ਸੁਰਤ ਜਿਹੜੀ ਹੈ ਉਹਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਰਹਾਉ, ਇਹ ਰਹਾਉ ਦੀਆਂ ਪੰਕਤੀਆਂ ਨੇ। ਅੱਜ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦਾ ਗੁਰਤਾ ਗੱਦੀ ਪੁਰਬ ਦਾ ਦਿਹਾੜਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਜੀਵਨ ਇਤਿਹਾਸ ਪੜ੍ਹਦੇ ਹਾਂ, ਵਿਚਾਰ ਕੇ ਵੇਖੋ। ਜੂਨ ਦੇ ਮਹੀਨੇ 'ਚ 1595 ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਮਹਾਰਾਜ ਤਿੰਨਾਂ ਦੀ ਆਮਦ ਹੁੰਦੀ ਹੈ ਵਡਾਲੀ। ਵਡਾਲੀ ਨੂੰ ਅੱਜ ਆਖਿਆ ਜਾਂਦਾ ਗੁਰੂ ਕੀ ਵਡਾਲੀ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੇ ਘਰ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼, ਉਹਨਾਂ ਦੀ ਆਮਦ 1595 ਵਿੱਚ ਗੁਰਤਾ ਗੱਦੀ ਤੇ ਜਦੋਂ ਸ਼ਿਸ਼ੋਭਤ ਹੁੰਦੇ ਨੇ ਸਤਿਗੁਰੂ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੱਡੀਆਂ ਸੇਵਾਵਾਂ, ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾਈਆਂ ਨੇ। ਦੁਨਿਆਵੀ ਵਿਦਿਆ, ਇਤਿਹਾਸ ਦੀਆਂ ਪੰਨਿਆਂ ਤੇ ਤਾਰੀਖ ਹੈ ਵੀ 1603 ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਬਾਬਾ ਬੁੱਢਾ ਜੀ ਨੂੰ ਇਹ ਬੇਨਤੀ ਕਰਦੇ ਨੇ, ਇਹ ਗੱਲ ਕਹਿੰਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੁਨਿਆਵੀ ਵਿਦਿਆ ਤੇ ਸ਼ਸਤਰ ਵਿਦਿਆ, ਇਹ ਜ਼ਿੰਮੇਵਾਰੀ ਤੁਹਾਡੀ ਹੈ। ਇਤਿਹਾਸ ਕਹਿੰਦਾ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ ਸੀ, ਮੇਰੀ ਪੀਰੀ ਦੇ ਮਾਲਕ ਜੀ, ਮੈਂ ਤੁਹਾਡੇ ਪੁੱਤਰ ਨੂੰ ਕੀ ਸਿਖਾਵਾਂਗਾ? ਮੈਂ ਮੱਝਾਂ ਚਾਰਨ ਵਾਲਾ, ਘਾਹ ਖੋਦਣ ਵਾਲਾ, ਤੁਹਾਡੇ ਪੁੱਤਰ ਨੂੰ ਕੀ ਸਿਖਾਵਾਂਗਾ? ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਬਾਬਾ ਬੁੱਢਾ ਜੀ 12 ਸਾਲਾਂ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੋਂ ਜਿਹੜੀ ਬਖਸ਼ਿਸ਼ ਤੁਹਾਨੂੰ ਪ੍ਰਾਪਤ ਕਰ ਲਈ ਨਾ, ਬੂੜੇ ਤੋਂ ਬਾਬਾ ਬੁੱਢਾ ਜੀ ਵਾਲੀ, ਉਹ ਪੜ੍ਹਾਈ, ਉਹ ਵਿਦਿਆ ਮੇਰੇ ਪੁੱਤਰ ਨੂੰ ਜ਼ਰੂਰ ਪੜ੍ਹਾਉਣਾ। ਇਹ ਬਚਨ ਧੰਨ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਹੇ। ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈਆਂ ਨੇ। ਨੇੜੇ ਕਰ ਗੱਲ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਉੱਤੇ ਸ਼ਿਸ਼ੋਭਤ ਹੁੰਦੇ ਨੇ, ਤਿੰਨ ਗੁਰੂ ਸਾਹਿਬਾਨ ਜਿਹੜੇ ਛੋਟੀ ਆਰਜਾ ਦੇ ਵਿੱਚ ਗੁਰਤਾ ਗੱਦੀ ਉੱਤੇ ਸ਼ਿਸ਼ੋਭਤ ਹੋਏ ਨੇ, ਤਿੰਨ ਗੁਰੂ ਸਾਹਿਬਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਇਤਿਹਾਸ ਨੂੰ ਪੜ੍ਹੋ। 1595 ਤੇ 1606 ਸਮਾਂ ਕਿੰਨਾ ਬਣਦਾ? ਲਗਭਗ 11 ਸਾਲ ਦੀ ਗੱਲ ਹੈ।
गुरु हरगोबिंद साहिब जी जदों गुरता गद्दी ते शिशोभत होए, फिर धन धन साहिब श्री गुरु हरकृष्ण साहिब सच्चे पातशाह जी जदों उन्हां दा जीवन पढ़ांगे किन्नी कुछ आरजा है। विद्वान कहते हैं 5.25 साल 5.5 साल की आरजा जदों गुरु नानक के घर की गुरता गद्दी ते शिशोभत होए, सारा संसार कह उठिया सारे कृपालता करो एक बारी आपो अपनी रसना तो श्री हरकृष्ण ध्याई है जिस डिठा सब दुख जाए। फिर तीसरी अर्थ धन गुरु तेग बहादुर साहब दाता जी के लखते जिगर, धन धन साहिब श्री गुरु गोबिंद सिंह साहिब सच्चे पातशाह जी जिन्हां दा प्रकाश 1666 विच है, गुरता गद्दी ते शिशोभत होंदे ने 1675 विच, आरजा 9 सालां दी है। ये बेनती दूसरी अर्थ तुहाडे अगे करा, धन गुरु हरगोबिंद साहिब दाता जी का इतिहास पढ़ो। तिन्हां दे एक पुत्र धन गुरु तेग बहादुर साहिब जी जिहड़े गुरता गद्दी ते शिशोभत होए। धन गुरु हरगोबिंद साहिब दाता जी दे दो पोतरे बाबा गुरदित्ता जी गुरु हरगोबिंद साहिब के पुत्र ने, बाबा गुरदित्ता जी के अगे पुत्र ने धन गुरु हर राय साहिब दाता जी, एक ये ते दूसरे धन गुरु तेग बहादुर साहिब दाता जी के लखते जिगर गुरु गोबिंद सिंह साहिब, ये भी गुरु हरगोबिंद साहिब के पोतरे ने। दो पोतरे गुरता गद्दी ते शिशोभत होए ते एक पड़पोतरा कौन है? धन गुरु हर राय साहिब दाता जी के लखते जिगर धन गुरु हरकृष्ण साहिब सच्चे पातशाह जी जिहड़े पड़पोतरे लगते हैं, वो भी धन गुरु नानक साहिब दाता जी के घर की गुरता गद्दी उत्ते शिशोभत होए। नेड़े कर गल शुरू अपनी विचार से वापस आना। धन गुरु हरगोबिंद साहिब सच्चे पातशाह जी जदों गुरता गद्दी ते शिशोभत होंदे ने, मीरी ते पीरी दियां दो कृपाना इतिहास के बंदे कहते हैं सतगुरु जी ने आप कह के बनवाइया। तुसीं कदे भी ध्यान दिया जे मीरी ते पीरी जिन्हों आप इदा भी कह सकते हैं भगती ते शक्ति, जिन्हों आप इदा भी कह सकते हैं राज ते योग, जिन्हों आप इस तरह भी कह सकते हैं संत सिपाही, याद रखना जी, जिन्हों आप इदा भी कह सकते हैं। इतिहास के पन्नियां बहुत कुछ है क्योंकि गुरु नानक के घर का सिद्धांत है, कदे राज योग, कदे मीरी पीरी, जिथे सचखंड श्री दरबार साहिब श्री हरमंदर साहिब सिख जगत विच शिशोभत है, उहदे सन्मुख श्री अकाल तख्त साहिब की स्थापना हो गई। दोवें चीज़ां ने राजयोग मीरी पीरी, सचखंड श्री दरबार साहिब श्री हरमंदर साहिब श्री अकाल तख्त साहिब, जिथे गुरु नानक के घर विच कदे रबाब नाल कदे सरंदे नाल गुरु की बाणी का कीर्तन हुंदा है। धन गुरु हरगोबिंद साहिब की कृपालता की श्री अकाल तख्त साहिब ते उत्थे फिर ढाडी वारा, उत्थे सांगी भी आई ते उत्थे ढाड भी आया, बह के कीर्तन हुंदा है। खड़े हो के ढाडी वीर जिहड़े ने वारा अते इतिहास सरवण करवाउंदे ने, जिथे नाल अदभुत करदे आ कीर्तन शांत रस विच टकाऊ विच है, ते जदों ढाडी वारा सुनाईयां जांदियां ने वो वीर रस विच है। प्यारिओ नेड़े करके गल शुरू है। धन गुरु हरगोबिंद साहिब दाता जी महाराज गुरता गद्दी उत्ते जदों शिशोभत होए ते एक खिन थोड़ा जिहा होर उगण लगा, फिर ढाडी नत्था ते ढाडी अब्दुल्ला जी ने इदां दे बोल भी उच्चारण कीते ने,
ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਗੁਰੂ ਨੀਲੇ ਬਸਤਰ ਪਾਏ ਨੇ ਸਤਿਗੁਰੂ ਜੀ ਨੇ, ਨੇੜੇ ਕਰ ਗੱਲ ਵਿਸ਼ੇ ਉੱਤੇ। ਤੇ ਕੀ ਕਿਹਾ ਭਲਾ, ਢਾਡੀ ਨੱਥਾ ਤੇ ਢਾਡੀ ਅਬਦੁੱਲਾ ਜੀ ਨੇ ਇੱਥੋਂ ਤੱਕ ਕਹਿ ਦਿੱਤਾ, ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ, ਤੁਹਾਡੀ ਪੱਗ, ਤੁਹਾਡੀ ਦਸਤਾਰ, ਤੁਹਾਡੀ ਦਿੱਤੀ ਹੋਈ ਸਰਦਾਰੀ ਦੇ ਬਰਾਬਰ ਆ ਵੱਡੀਆਂ ਵੱਡੀਆਂ ਬਾਦਸ਼ਾਹਾਂ ਦੀਆਂ ਪੱਗਾਂ ਕੀ ਕਰਨਗੀਆਂ। ਇਹ ਗੱਲਾਂ ਕਈਆਂ ਢਾਡੀ ਨੱਥਾ ਤੇ ਢਾਡੀ ਅਬਦੁੱਲਾ ਜੀ। ਤੇ ਜਿਹੜੀ ਅਰਜ਼ ਕਰਨ ਲੱਗਾ, ਮੀਰੀ ਤੇ ਪੀਰੀ ਕਦੇ ਤੁਸੀਂ ਧਿਆਨ ਦਿਆ ਜੇ, ਜਿਹੜੀ ਪੀਰੀ ਵਾਲੀ ਕਿਰਪਾਨ ਹੈ, ਨਿਸ਼ਾਨ ਸਾਹਿਬ ਵੀ ਦੋ ਤੁਸੀਂ ਵੇਖੇ ਹੋਣਗੇ ਕਈ ਵਾਰ। ਉਹ ਕਾਰਨ ਕੀ ਹੈ, ਮੀਰੀ ਤੇ ਪੀਰੀ। ਜਿਹੜਾ ਪੀਰੀ ਵਾਲਾ ਪੱਖ ਹੈ, ਮੀਰੀ ਤੇ ਪੀਰੀ ਏਦਾਂ ਕਹਿ ਲਓ, ਧਰਮ ਤੇ ਰਾਜ। ਫਿਰ ਬੱਚੋ ਦੁਹਰਾਦੇ ਹਨ, ਧਰਮ ਤੇ ਰਾਜ। ਜਿਹੜਾ ਪੀਰੀ ਵਾਲਾ ਪੱਖ ਹੈ, ਧਰਮ ਵਾਲਾ ਪੱਖ, ਉਹ ਨਿਸ਼ਾਨ ਸਾਹਿਬ, ਉਹ ਸ੍ਰੀ ਸਾਹਿਬ ਥੋੜੀ ਵੱਡੀ ਹੈ। ਜਿਹੜਾ ਪੀਰੀ ਵਾਲਾ ਪੱਖ ਹੈ, ਰਾਜ ਵਾਲਾ, ਉਹਨੂੰ ਥੋੜਾ ਜਿਹਾ ਛੋਟਾ ਰੱਖਿਆ। ਕਿਉਂ? ਧਰਮ ਨੂੰ ਹਮੇਸ਼ਾ ਵੱਡਾ ਰੱਖਣਾ, ਰਾਜ ਵਾਲੇ ਪੱਖ ਨੂੰ ਹਮੇਸ਼ਾ ਹੀ ਥੋੜਾ ਛੋਟਾ ਰੱਖਣਾ। ਧਰਮ ਰਾਜ ਦੇ ਉੱਪਰ ਹੋਣਾ ਚਾਹੀਦਾ, ਨਾ ਕਿ ਰਾਜ ਧਰਮ ਦੇ ਉੱਪਰ ਹੋਵੇ। ਇਹ ਸਿਧਾਂਤ ਬਖਸ਼ਿਸ਼ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਜਦੋਂ ਗੁਰਤਾ ਗੱਦੀ ਤੇ ਸ਼ਿਸ਼ੋਭਿਤ ਹੋਏ ਮੇਰੇ ਸਤਿਗੁਰੂ ਜੀ, ਆਵਾਜ਼ਾਂ ਦਿੱਤੀਆਂ। ਕੀ ਕਿਹਾ ਜੀ? ਜੇ ਕਿਸੇ ਨੇ ਮੇਰੀ ਖੁਸ਼ੀ ਲੈਣੀ ਹੈ, ਆਪਣੀ ਜਵਾਨੀ ਗੁਰੂ ਨੂੰ ਭੇਟਾ ਕਰ ਦਿਓ। ਗੱਲ ਬੜੀ ਸਮਝਣਯੋਗ ਹੈ, ਬਰੀਕ ਨੁਕਤਾ ਥੋੜਾ ਜਿਹਾ। ਅਕਸਰ ਤੁਸੀਂ ਦੇਖਦੇ ਹੋ, ਜਵਾਨੀ ਨਹੀਂ ਤੇ ਐਸ਼ ਪ੍ਰਸਤੀ ਦੀ ਭੇਟਾ ਚੜ੍ਹਦੀ ਹੈ। ਧੰਨ ਧੰਨ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਚ ਉਸ ਸ਼ਲੋਕ ਨੂੰ ਕਦੇ ਪੜ੍ਹੋ, ਜਦੋਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਜੋ ਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਸ਼ਹਿ ਦੀ ਪ੍ਰੀਤ, ਪਰਮਾਤਮਾ ਦੀ ਪ੍ਰੀਤ, ਗੁਰੂ ਦੀ ਪ੍ਰੀਤ, ਰੱਬ ਦੀ ਪ੍ਰੀਤ ਨਹੀਂ ਜਾਣੀ ਚਾਹੀਦੀ। ਤੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੀ ਜਵਾਨੀ ਵਿੱਚ ਗੁਰੂ ਨਾਲ ਪ੍ਰੀਤ ਬਣ ਆਉਂਦੀ ਹੈ। ਭਾਗਾਂ ਵਾਲੇ ਹੁੰਦੇ ਨੇ ਜਿਹੜੇ ਜਵਾਨੀ ਗੁਰੂ ਨੂੰ ਭੇਟ ਕਰ ਦਿੰਦੇ ਨੇ। ਨਹੀਂ ਤੇ ਸਾਨੂੰ ਪਤਾ ਹੈ, ਜਵਾਨੀ ਨਸ਼ਿਆਂ ਦੀ ਭੇਟਾ ਚੜ੍ਹਦੀ ਹੈ, ਜਵਾਨੀ ਐਸ਼ ਪ੍ਰਸਤੀ ਦੀ ਭੇਟਾ ਚੜ੍ਹਦੀ ਹੈ, ਜਵਾਨੀ ਦੁਨੀਆ ਦੇ ਰੰਗ ਤਮਾਸ਼ਿਆਂ ਦੀ ਭੇਟਾ ਚੜ੍ਹਦੀ ਹੈ। ਜਵਾਨੀ ਵਿੱਚ ਬੰਦਾ ਧਨ ਕਮਾ ਸਕਦਾ ਹੈ, ਜਵਾਨੀ ਵਿੱਚ ਬੰਦਾ ਪਾਪ ਕਮਾ ਸਕਦਾ ਹੈ, ਜਵਾਨੀ ਵਿੱਚ ਬੰਦਾ ਨਾ ਕਮਾ ਸਕਦਾ ਹੈ। ਫਿਰ ਅਰਜ਼ ਕਰਦੇ ਆ, ਜੇ ਬੰਦਾ ਜਵਾਨੀ ਚ ਧਨ ਕਮਾ ਸਕਦਾ ਹੈ, ਪਾਪ ਕਮਾ ਸਕਦਾ ਹੈ, ਨਾਮ ਕਮਾ ਸਕਦਾ ਹੈ, ਮਾਲਕ ਮਿਹਰ ਕਰੇ ਕਿ ਜਵਾਨੀ ਵਿੱਚ ਬੰਦਾ ਰੱਬ ਦਾ ਨਾਮ ਵੀ ਕਮਾ ਲਵੇ, ਜਵਾਨੀ ਵਿੱਚ ਕਿਤੇ ਗੁਰੂ ਕੇ ਸ਼ਬਦ ਦੀ ਕਮਾਈ ਕਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਆਵਾਜ਼ ਦਿੱਤੀ ਕਿ ਜਿਨ੍ਹਾਂ ਨੇ ਮੇਰੀ ਖੁਸ਼ੀ ਲੈਣੀ ਹੈ, ਆਪਣੀ ਜਵਾਨੀ ਭੇਟ ਕਰੇ, ਸੋਹਣਾ ਸ਼ਸਤਰ ਭੇਟ ਕਰੇ, ਘੋੜਾ ਭੇਟ ਕਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਸ਼ਿਸ਼ੋਭਿਤ ਹੋ ਕੇ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਸਿੱਖ ਜਗਤ ਤੇ ਸਮੁੱਚੇ ਸੰਸਾਰ ਤੇ ਕੀਤੀਆਂ ਨੇ। 4 ਜੰਗਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ ਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ, ਸ਼੍ਰੀ ਹਰਗੋਬਿੰਦਪੁਰੇ ਦੀ ਜੰਗ, ਮਹਿਰਾਜ ਦੀ ਜੰਗ ਤੇ ਕਰਤਾਰਪੁਰ ਦੀ ਜੰਗ। 4 ਜੰਗਾਂ ਜਿਹੜੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲੜੀਆਂ। ਨੇੜੇ ਕਰ ਗੱਲ ਵਿਸ਼ੇ ਉੱਤੇ ਮੈਂ ਸ਼ਬਦ ਉੱਤੇ ਤੁਹਾਡਾ ਧਿਆਨ, ਔਰ ਸਿੱਖਾਂ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਕਿੰਨੀ ਕੁ ਪ੍ਰੀਤ ਹੋਏਗੀ। ਕਮਾਲ ਹੈ, ਜੇ ਕਿਸੇ ਭਾਈ ਸੁਥਰੇ ਵਰਗੇ ਨੇ ਸਵਾਹ ਦੀ ਪੰਡ ਸਿਰ ਤੇ ਰੱਖ ਕੇ ਲਿਆਂਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆ ਕੇ ਆਖਣ ਲੱਗੇ, ਸੁਥਰੇ ਦੀ ਸਵਾਹ ਚੱਕ ਕੇ ਗੁਰੂ ਕੇ ਲੰਗਰਾਂ ਵਿੱਚ ਲੈ ਜਾਓ, ਝੂਠੇ ਭਾਂਡੇ ਮਾਂਜਣ ਦੇ ਕੰਮ ਆਏ। ਪਿਆਰ ਨਾਲ ਜੇ ਕਿਤੇ ਕੋਈ ਗਰਮੀਆਂ ਦੀ ਉੱਤੇ
गर्मियां दी उत्ते पानी का घड़ा भरिया रुख के थले रखिया, हवा चल रही है, पानी बड़ा ठंडा है। प्यो पुत खेतों के काम करते हैं, भाई साधु वर्गे भाई बुढ़े वर्गे प्यो पुत काम करते हैं, पानी बड़ा ठंडा, प्यास लगी पीन आए, मन में ख्याल आया इस पानी दे विचों जे किते पहला घुट मीरी पीरी दा मार्ग गुरु हरगोबिंद साहिब भरे भरे तां पानी पीवांगे। गुरमुखो प्यासियां दा भावें बुरा हाल हो गया, बेहोश तक हो गए, सतगुरु आए, पहला पानी का घुट आप भरिया ते अपनी हाथी फिर उन्हां नूं पैणी पिला के मेरे सतगुरु ने उन्हां दी प्रीति नूं निभाया। वाह मेरे दादिया तेरा देन नहीं दे सकता। मता किते मन में ख्याल रखना। भाई गुरदास जी ने कह दिता ना, चरण शरण गुर एक पैंडा जाए चल, सतगुरु कोट पैंडा आगे होए लेत है। की क्या के भावनी भगत भाए कौड़ी अगर भाग रख है, प्यार नाल गुरु अगे कौड़ी भी रख। कई बारी किसी का लख भी परवाह नहीं होता, गुरु हरगोबिंद साहिब दाते के दर उत्ते एक घाही घाह की पंड ते एक टका दिया, बापू ने उहदा घाह कख भी प्रवान कर लिया। किसी का लख प्रवान ना होया, किसी का कख भी प्रवान हो गया। गल बस अंदर की प्रीत है प्यारो। किसी का किसी के करोड़ा भी प्रवान नहीं होंगे, किसी की स्वाह भी प्रवान हो जाती है। करोड़ा भेटा करने वाला कदे हंकार ना लियावे, अंदर प्यार लेके आवे, उहदे करोड़ा भी प्रवान हो सकते हैं, हो जाते हैं प्यारो। नेड़े कर विषय के अंदर की प्रीत बड़ा प्यार है सतगुरु जी का अपने सिखां नाल। धन गुरु हरगोबिंद साहिब सच्चे पातशाह जी महाराज। मैं केवल एक अर्ज उन्होंने जीवन चो कर लगा। जदों आपां धन धन बाबा बुढ़ा साहिब जी के जीवन को पढ़ते हैं, जदों सतगुरु कहते ने बाबा बुढ़ा जी तुसी पैदल चल के ना आया करो, उम्र वडेरी है, तुसी नहीं आना, असी आप चल के आया करांगे, तुहानू दर्शन देने। हाथ जोड़ के कहते बाबा बुढ़ा जी धन गुरु हरगोबिंद साहिब जी सिख का फर्ज बनता है अपने गुरु के दर्शन करना। झक्खड़ वगे नींह पवे, हनेरी वगे, पाला सर्दी ठंड जो मर्जी हो, सतगुरु तुहाडी बख्शिश दे सदका उन्ना चिर तक आउंदा रहांगा जिन्ना चिर तक साह चलदे। सतगुरु कहंदे तुहाडे सदक नूं मुबारक, पर अज तो बाद पैदल नहीं आउणा। एक पालकी दो सिख, तुसां पालकी बैठना, सिखां पालकी नूं मोढा देना ते तुहानू गुरु दे दर ते लेके आया कर। एक दिन बाबा बुढ़ा जी पालकी विच बैठे, सिखां मोढा दिता, पालकी लई हुंदे। धन गुरु हरगोबिंद साहिब दाता जी रस्ते विच खड़े ने, तन ते वस्त्र होर तरह के, मुख मूँह लपेटिया होया, लुकोया होया। सेवादार नूं इशारा किया है, पालकी नूं मोढा देना। सेवादार ने आखिया कोई सेवा करना चाहता, कहता जी सदके करो। जदों धन गुरु हरगोबिंद साहिब ने पालकी नूं मोढा दिता ते अंदरों आवाज़ आई बाबा बुढ़ा जी की, धन गुरु हरगोबिंद साहिब सच्चे पातशाह पालकी के थले मोढा कढ़ लो नहीं तो छाल मार देना। धन गुरु हरगोबिंद साहिब ने पालकी थले मोढा कढ़ के आखिया बाबा बुढ़ा जी तुहानू किवें पता लगा? हाथ जोड़ के कहते पहली जाने च बाबा नानक कह गया सी, बुढ़िया तेरे तो कभी ओले नहीं होगा, तेरे तो कभी ओले नहीं हो सकता, ये बख्शिश है गुरु नानक। कह लगे धन गुरु हरगोबिंद साहिब के सन्मुख हाथ जुड़ के बाबा बुढ़ा जी के सतगुरु मोढे देना मैं तुसां। हाँ इदा करो सतगुरु मेरी पालकी को मोढा ना दियो, मेरी अर्थी को मोढा जरूर दे दियो। गुरमुखो धन गुरु हरगोबिंद साहिब दाता जी महाराज बाबा बुढ़ा साहिब जी का संस्कार अपने हाथी किया, पालकी को मोढा दिता। जिस दिन बाबा बुढ़ा जी दुनिया तो गए,
ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਆ ਕੇ ਆਖਿਆ, ਬਾਬਾ ਬੁੱਢਾ ਜੀ ਬਿਆਨਾ ਕਰ ਗਏ, ਚਲੇ ਗਏ ਪਰਮੇਸ਼ਰ ਦੇ ਘਰ। ਸਰੀਰ ਵਿੱਚੋਂ ਸਾਹ ਜਿਹੜੇ ਨੇ ਨਿਕਲ ਚੁੱਕੇ ਨੇ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮੁਖ ਵਿੱਚੋਂ ਇੱਕਦਮ ਨਿਕਲਿਆ, ਕਹਿਣ ਲੱਗੇ, ਸਿੱਖੋ ਵਧਾਈਆਂ ਹੋਣ। ਮਹਾਰਾਜ ਵਧਾਈਆਂ ਕਾਹਦੀਆਂ? ਕਹਿੰਦੇ ਵਧਾਈਆਂ ਇਸ ਗੱਲ ਦੀਆਂ, 125 ਸਾਲ ਦੁਨੀਆ ਦੇ ਤਖਤੇ ਤੇ ਬਾਬਾ ਬੁੱਢਾ ਜੀ ਬਤੀਤ ਕੀਤੇ, 113 ਸਾਲ ਸੇਵਾ ਕੀਤੀ, 113 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ, ਇੱਕ ਵੀ ਦਾਤ ਉਹਨੇ ਆਪਣੇ ਤਨ ਤੇ ਨਹੀਂ ਲੱਗਣ ਦਿੱਤਾ। ਕਹਿਣ ਲੱਗੇ ਇਸ ਕਰਕੇ ਵਧਾਈ। ਇੰਨਾ ਪਿਆਰ ਗੁਰੂ ਆਪਣੇ ਸਿੱਖਾਂ ਨੂੰ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ, ਉਹਨਾਂ ਦਾ ਅੱਜ ਗੁਰਤਾ ਗੱਦੀ ਪੁਰਬ ਦਾ ਦਿਹਾੜਾ ਹੈ। ਬੜੀਆਂ ਬਖਸ਼ਿਸ਼ਾਂ ਨਾਲ ਮੇਰੇ ਸਤਿਗੁਰੂ ਜੀ ਨੇ, ਗੁਰਦੇਵ ਨੇ ਸੰਸਾਰ ਨੂੰ ਨਵਾਜਣਾ ਕੀਤਾ। ਆਓ ਸ਼ਬਦ ਦੀਆਂ ਆਰੰਭਕ ਪੰਕਤੀਆਂ ਆਖਰੀ ਅਰਥ ਕਰਕੇ ਆਪਾਂ ਵਿਚਾਰ ਨੂੰ ਸੰਪੂਰਨ ਦਾ ਯਤਨ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾਲਤਾ ਕਰਦੇ ਹਨ। ਮਹਾਰਾਜ ਮਹਿਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ। ਗੁਰੂ ਦੀ ਸ਼ਰਨ ਵਿੱਚ ਪਿਆ, ਗੁਰੂ ਦਾ ਆਸਰਾ ਦੇਣਾ, ਗੁਰੂ ਦੇ ਰਾਹੀਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਸੰਖੇਪ ਜਿਹੀ ਗੱਲ, ਭਾਈ ਬਿਧੀ ਚੰਦ ਜੀ ਬੜੀ ਮਹਾਨ ਸੇਵਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਕੁਝ ਮੰਗ ਲਓ। ਪਹਿਲਾਂ ਤਾਂ ਭਾਈ ਬਿਧੀ ਚੰਦ ਨੇ ਆਖਿਆ, ਸਤਿਗੁਰੂ ਜੀ ਕੁਝ ਨਹੀਂ ਚਾਹੀਦਾ, ਤੁਹਾਡੀਆਂ ਬੇਅੰਤ ਬਖਸ਼ਿਸ਼ਾਂ ਨਹੀਂ। ਭਾਈ ਬਿਧੀ ਚੰਦ ਜੀ ਕੁਝ ਮੰਗੋ। ਕੀ ਮੰਗਿਆ ਗੁਰੂ ਹਰਗੋਬਿੰਦ ਸਾਹਿਬ ਨੇ? ਪਹਿਲੀ ਗੱਲ ਕਹਿਣ ਲੱਗੇ, ਨਾਮ ਦਾ ਰੰਗ, ਨਾਮ ਦਾ ਰੰਗ, ਬਾਣੀ ਦਾ ਰੰਗ ਚੜ੍ਹੇ, ਸਾਧ ਦਾ ਸੰਗ। ਤੀਸਰਾ ਵਚਨ ਸਦਾ ਅੰਗ ਸੰਗ। ਚੌਥੀ ਇੱਕ ਬੇਨਤੀ ਹੋਰ ਕੀਤੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਿਧੀ ਚੰਦ ਦੇ ਸਾਹਾਂ ਦੀ ਡੋਰ ਟੁੱਟ ਜਾਏ, ਆ ਸਰੀਰ ਦਾ ਭਾਂਡਾ, ਮਿੱਟੀ ਦਾ ਭਾਂਡਾ ਇੱਕ ਦਿਨ ਟੁੱਟਣਾ, ਮਾਲਕਾ ਟੁੱਟ ਜਾਏ, ਸਾਹਾਂ ਦੀ ਡੋਰ ਟੁੱਟ ਜਾਏ, ਬਿਧੀ ਚੰਦ ਤੇ ਇੱਕ ਕਿਰਪਾ ਕਰਿਓ, ਇਹਦਾ ਕਦੇ ਗੁਰੂ ਤੋਂ ਭਰੋਸਾ ਕਦੇ ਵੀ ਨਾ ਟੁੱਟੇ। ਇਹ ਅਰਦਾਸ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਸਾਨੂੰ ਬੇਨਤੀ ਕੀਤੀ ਹੈ, ਦਾਤਾਂ ਦੇ ਦਿਓ ਦੇਵੀਆਂ ਮਹਾਰਾਜ। ਤੇ ਜਦੋਂ ਇਦਾਂ ਦੀਆਂ ਦਾਤਾਂ ਮਿਲੀਆਂ ਤੇ ਫਿਰ ਗੁਰੂ ਅਮਰਦਾਸ ਦੇ ਮੈਂ ਬਚਨਾਂ ਦੇ ਭਾਵ ਨੇ, ਗੁਰਮੁਖ ਮਿਲੈ ਮਿਲਾਏ ਆਪੇ। ਗੁਰੂ ਦੇ ਰਾਹੀਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਤੇ ਪਰਮਾਤਮਾ ਕਿਰਪਾ ਕਰਦਾ ਹੈ। ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਸੱਚੇ ਸਤਿਗੁਰੂ ਦਾ ਪਿਆਰ। ਕਾਲ ਨਾ ਜੋ ਹੈ ਆਤਮਕ ਮੌਤੇ ਨੂੰ ਮਨੁੱਖ ਨਹੀਂ ਮਰਦਾ, ਦੁੱਖ ਨਾ ਸੰਤਾਪੇ, ਉਹਨੂੰ ਦੁੱਖ ਤੇ ਸੰਤਾਪ ਨਹੀਂ ਹੁੰਦੇ। ਹਉਮੈ ਮਾਰ ਬੰਧਨ ਸਭ ਤੋੜੈ, ਹਉਮੈ ਨੂੰ ਮੁਕਾ ਲੈਂਦੇ ਨੇ, ਸਾਰੇ ਬੰਧਨ ਜਿਹੜੇ ਨੇ ਮੋਹ ਮਾਇਆ ਦੇ ਟੁੱਟ ਜਾਂਦੇ ਨੇ। ਗੁਰਮੁਖ ਸ਼ਬਦ ਸੁਹਾਵਣਿਆ, ਤੇ ਗੁਰੂ ਦਾ ਆਸਰਾ ਲੈਣ ਵਾਲਾ ਸ਼ਬਦ ਨਾਲ ਜੁੜ ਕੇ ਸ਼ਬਦ ਦੇ ਦੁਆਰਾ ਆਪਣੇ ਆਪ ਨੂੰ ਸੋਹਣਾ ਬਣਾ ਲੈਂਦਾ ਹੈ, ਸੋਹਣੇ ਕਰਮ ਕਰਦਾ ਹੈ। ਅਗਲੇ ਪਦੇ ਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਗੁਰਮੁਖ ਜੀਵੈ, ਆਤਮਕ ਤੌਰ ਤੇ ਸਦਾ ਹੀ ਜਿਉਂਦਾ ਹੈ, ਜੀਵਤ ਹੈ। ਮਰੈ ਹਉਮੈ ਨੂੰ ਮਾਰ ਲੈਂਦਾ ਹੈ। ਪਰਵਾਨ ਗੁਰੂ ਦੇ ਦਰ ਉੱਤੇ ਕਬੂਲ ਹੋ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਰੋਜ਼ਾਨਾ ਪੜ੍ਹਦੇ ਹਾਂ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ। ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ। ਆਰਜਾ ਨਾਸ਼ੀ
ਬੀਜੈ। ਆਪਣੀ ਉਮਰ ਨੂੰ ਗੁਰਮੁਖ ਗੁਰੂ ਦਾ ਆਸਰਾ ਤੱਕਣ ਵਾਲਾ, ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਕਦੇ ਆਪਣੀ ਉਮਰ ਨੂੰ ਵਿਅਰਥ ਨਹੀਂ ਗਵਾਉਂਦਾ। ਸਵਾਸ ਸਵਾਸ ਜਪਣਾ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ ਹੈ। ਸ਼ਬਦ ਪਛਾਣ, ਸ਼ਬਦ ਨਾਲ ਜੁੜ ਕੇ ਗੁਰਮੁਖ ਮਰੈ ਨਾ। ਜਿਹੜਾ ਗੁਰਮੁਖ ਹੈ, ਗੁਰੂ ਦੇ ਆਸਰੇ, ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ, ਗੁਰੂ ਦੇ ਰਾਹੀਂ, ਉਹ ਆਤਮਕ ਮੌਤ ਨਹੀਂ ਮਰਦਾ। ਕਾਦ ਨਾ ਖਾਏ, ਉਹਨੂੰ ਮੌਤ ਦਾ ਡਰ ਵੀ ਨਹੀਂ ਖਾਂਦਾ। ਗੁਰਮੁਖ ਸੱਚ ਸਮਾਵਣਿਆ, ਉਹ ਸੱਚ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਗੁਰਮੁਖ ਹਰਿ ਦਰ ਸ਼ੋਭਾ ਪਾਏ, ਪਰਮਾਤਮਾ ਦੇ ਦਰ ਦੀ ਸ਼ੋਭਾ, ਵਡਿਆਈ, ਮਾਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਸੱਚੇ ਮਾਰਗ ਚੱਲਦੇ ਹੋ ਉਸਤਤ ਕਰੈ ਜਹਾਨ, ਜਿਨ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣਾ ਹਾਰਾ। ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਵਿੱਚੋਂ ਆਪ ਗਵਾਏ, ਆਪਣੇ ਅੰਦਰੋਂ ਹਉਮੈ ਨੂੰ ਮੁਕਾ ਲੈਣਾ। ਆਪਾ ਭਾਵ ਮੈਂ, ਆਕੜ, ਹੰਕਾਰ, ਹਉਮੈ, ਈਗੋ, ਅਭਿਮਾਨ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਪ ਕਰੈ, ਆਪ ਵੀ ਕਰਦਾ ਸੰਸਾਰ ਸਾਗਰ ਤੋਂ, ਕੁੱਲ ਸਗਲੇ ਤਾਰੇ, ਆਪਣੀ ਸਾਰੀ ਕੁੱਲ ਦਾ ਉਧਾਰ ਕਰ ਲੈਂਦਾ। ਗੁਰਮੁਖ ਜਨਮ ਸਵਾਰਣਿਆ, ਆਪਣੇ ਜਨਮ ਨੂੰ ਸਵਾਰ ਲੈਂਦੇ ਹਨ। ਗੁਰਬਾਣੀ ਗੁਰਵਾਕ ਹੈ, ਨਾਨਕ ਜਨਮ ਸਵਾਰੈ ਆਪਣਾ, ਕੁਲ ਪੀ ਲਈ ਬਖਸ਼ਾਏ। ਆਪਣਾ ਜਨਮ ਵੀ ਸਵਾਰਿਆ, ਆਪਣੀ ਕੁਲ ਨੂੰ ਵੀ ਬਖਸ਼ਾ ਲਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਅਵਸਥਾ ਅੰਦਰ ਦੀ ਇਦਾਂ ਦੀ ਹੋ ਜਾਂਦੀ। ਸਰੀਰ ਨੂੰ ਹੁਣ ਹਉਮੈ ਦਾ ਦੁੱਖ, ਹਉਮੈ ਦੀ ਪੀੜਾ ਇਹ ਵੀ ਨਹੀਂ ਲੱਗਦਾ। ਗੁਰਮੁਖ ਹਉਮੈ ਚੁਕੈ ਪੀਰ, ਹਉਮੈ ਦੀ ਪੀੜ, ਹੰਕਾਰ ਦੀ ਪੀੜਾ ਜਿਹੜੀ ਹੈ ਉਹ ਵੀ ਮੁੱਕ ਗਈ, ਖਤਮ ਹੋ ਗਈ। ਗੁਰਮੁਖ ਮਨ ਨਿਰਮਲ, ਮਨ ਨਿਰਮਲ ਹੋ ਗਿਆ, ਫਿਰ ਮੈਲ ਨਾ ਲਾਗੈ। ਹੁਣ ਇਸ ਅਵਸਥਾ ਦੇ ਧਾਰਨੀ ਹੋ ਗਏ, ਜਿਉਂ ਹੋ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਹੋ ਨਿਰਮਲ, ਪਰ ਹੋਏ ਕਿਵੇਂ? ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਿਆ ਨਹੀਂ, ਝੂਠ ਨਹੀਂ ਆਉਂਦਾ ਹੁਣ ਜੀਵਨ ਚ ਨੇੜੇ ਤੇੜੇ ਵੀ। ਮਨਸਾ ਸੱਚ ਸੁਣਾਣੀ, ਜਨਮ ਰਤਨ ਦੀ ਨਹੀਂ ਖਟਿਆ। ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਨਕ। ਜਿਨ ਬਚਨਾਂ ਦੇ ਧਾਰ ਨੂੰ ਸੰਪੂਰਨਤਾ ਕਰੀਏ। ਗੁਰਮੁਖ ਮਨ ਨਿਰਮਲ, ਫਿਰ ਮੈਲ ਨਾ ਲਾਗੈ। ਗੁਰਮੁਖ ਸਹਿਜ ਸਮਾਵਣਿਆ, ਇਦਾਂ ਦੇ ਗੁਰਮੁਖ ਗੁਰੂ ਰਾਹੀਂ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਆਸਰਾ ਲਿਆ, ਸਹਿਜ ਵਿੱਚ ਸਮਾ ਗਏ, ਜੀਵਨ ਵਿੱਚ ਟਕਾ, ਜੀਵਨ ਆਨੰਦਮਈ, ਸਹਿਜ ਆਨੰਦ ਹੋਵਾ ਵਡ ਭਾਗੀ। ਮਨ ਹਰ ਹਰ ਮਿੱਠਾ ਲਾਇਆ ਦੀ ਦਾਤ ਪ੍ਰਾਪਤ ਹੋ ਗਈ। ਆਪਾਂ ਵੀ ਅਰਦਾਸ ਕਰੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ, ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਜੀ ਦੇ ਚਰਨਾਂ ਅੰਦਰ ਸੱਚੇ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾਲਤਾ ਕਰੋ। ਹਉਮੈ ਜੀਵਨ ਵਿੱਚੋਂ ਖਤਮ ਹੋਵੇ, ਸਹਿਜ ਦੀ ਦਾਤ ਪ੍ਰਾਪਤ ਹੋਵੇ, ਪਰਮਾਤਮਾ ਨਾਲ ਇੱਕ ਨਿਕਟਤਾ ਦੀਆਂ ਦਾਤਾਂ ਹਾਸਲ ਕਰ ਸਕੀਏ। ਇੰਨੀ ਵਿਚਾਰ ਨਾਲ ਹਾਜ਼ਰੀ ਪ੍ਰਵਾਨ, ਕੁੱਲ ਯੁੱਗ ਦੀ ਖਿਮਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਆਪ ਸਾਰੀਆਂ ਹੀ ਸੰਗਤਾਂ ਦਾ, ਸਮੁੱਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ
ਗਿਆਨੀ ਬਲਦੇਵ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਨਾਨਕ ਪਿਆਰ ਸਾਹਿਬ ਬਹੁਤ ਹੀ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਹੈ। ਸਮੂਹ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਦੇ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਫਤਿਹ ਅਰਜ਼ ਕਰਨ ਲੱਗਾ ਜੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ